ਕਿਉਂ ਤੁਸੀਂ ਅੱਜ ਇਹ ਐਲਾਨ ਕਰਤਾ ਕਿ ਆਪਣੀ ਬੱਸ ਨੂੰ ਅੱਗ ਲਾਓ? ਇੱਦਾਂ ਹੈ ਕਿ ਅਸੀਂ ਸੋਚਦੇ ਹਾਂ ਕਿ ਰੋਜ਼-ਰੋਜ਼ ਮਰਨ ਨਾਲੋਂ ਸਾਡਾ ਜਿਹੜਾ ਵੀ ਆਪਰੇਟਰ ਸੀ, ਈਵਨ ਸਾਡੇ ਸੰਗਰੂਰ ਦੇ ਆਪਰੇਟਰ ਸੀਗੇ ਜਿਹੜੇ ਉਹਨਾਂ ਦੇ ਮਾਨ ਸਾਹਿਬ ਦੇ ਹਲਕੇ ਦੇ ਸੀ, ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਵੀ ਹੱਥ ਖੜੇ ਕਰਦੇ ਕਿ ਸਾਡੇ ਹੱਥ ਖੜੇ ਆ ਜੀ। ਤਾਂ ਪੈਪਸੂ ਵਾਲੇ ਹੁਣ ਪਨ ਬੱਸ ਵਾਲਿਆਂ ਨੂੰ ਉਹ ਵੀ ਇਸੇ ਗੱਲ ਤੇ ਇਸ਼ੂ ਖੜੇ ਕਰੇ ਬੈਠੇ ਵੀ ਸਰਕਾਰ ਸਾਨੂੰ ਰੁਪਈਆ ਹੀ ਨਹੀਂ ਦੇ ਰਹੀ ਤੇ ਇਹ ਜਿਹੜਾ ਸਿਸਟਮ ਉਹ ਗਲਤ ਹੈ, ਪ੍ਰਾਈਵੇਟ ਵਾਲਿਆਂ ਨੂੰ ਫਾਇਦਾ ਮਿਲਦਾ, ਸਾਨੂੰ ਨੁਕਸਾਨ ਹੁੰਦਾ। ਚਾਹੇ ਕੈਮਰਾ ਲੈ ਕੇ ਜਿਹੜੇ ਮਰਜ਼ੀ ਬੱਸ ਸਟੈਂਡ ਦੇ ਬਾਹਰ ਖੜ ਜਿਓ, ਤੁਸੀਂ ਆਪ ਹੀ ਦੇਖ ਲਈਓ ਕਿ ਪ੍ਰਾਈਵੇਟ ਦੇ ਵਿੱਚ ਕਿੰਨੀ ਸਵਾਰੀ ਆ ਔਰ ਰੋਡਵੇਜ਼ ਦੇ ਵਿੱਚ ਕਿੰਨੀ ਸਵਾਰੀ ਆ। ਕਿ ਪ੍ਰਾਈਵੇਟ ਵਾਲਿਆਂ ਨੂੰ ਜ਼ਿਆਦਾ ਸਹੂਲਤ ਟਾਈਮ ਟੇਬਲ ਦੀ ਵੀ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਟਾਈਮ ਵੰਡਿਆ ਜਾਂਦਾ, ਉਹ ਉਹਨਾਂ ਨੂੰ ਫਾਇਦਾ ਮਿਲਦਾ। ਸਰਕਾਰੀ ਬੱਸਾਂ ਨੂੰ ਜਾਣ ਬੁੱਝ ਕੇ ਅਫਸਰ ਮਿਲ ਕੇ ਉਹਨਾਂ ਨੂੰ ਪਿੱਛੇ ਕਰਦੇ। ਟਾਈਮ ਟੇਬਲ ਬਣਾਉਣ ਦੇ ਵਿੱਚ ਪ੍ਰਾਈਵੇਟ ਆਪਰੇਟਰ ਦਾ ਕਿਸੇ ਪਾਸੇ ਕੋਈ ਰੋਲ ਹੀ ਨਹੀਂ ਹੈਗਾ। ਤੇ ਕਿਉਂ ਕਹਿੰਦੇ ਸੀਗੇ ਕਿ ਟੈਕਸ ਵੀ ਤੱਕ ਵੀ ਨਹੀਂ ਭਰਦੇ, ਟੈਕਸ ਚੋਰੀ ਵੀ ਕਰਦੇ। ਮੇਬੀ ਹੋ ਸਕਦਾ ਕੋਈ ਉਹਨਾਂ ਦਾ ਪਰਸਨਲ ਆਪਣੀ ਉੱਥੇ ਹੋਵੇ ਤਾਂ ਉਹਦੇ ਚੱਕਰ ਦੇ ਵਿੱਚ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਕਿਸਾਨਾਂ ਦੇ ਭੇਡ 'ਚ ਬੁੱਝਿਆਂ ਦਾ ਨਾਸ, ਅਸੀਂ ਤਾਂ ਐਵੇਂ ਰਗੜੇ ਗਏ ਵਿੱਚ ਛੋਟੇ ਆਪਰੇਟਰ। 100 200 ਬੱਸਾਂ ਨੇ, ਉਹਨਾਂ ਨੂੰ ਫਾਇਦਾ ਜਿਹੜਾ ਜ਼ਰੂਰ ਪਹੁੰਚਦਾ ਹੈ, ਪਰ ਛੋਟਾ ਆਪਰੇਟਰ ਇਸ 'ਚ ਮਾਰਿਆ ਜਾਂਦਾ। ਸਾਡੇ ਇੱਥੇ ਕੁਝ ਵੱਡੇ ਆਪਰੇਟਰ ਹੈਗੇ ਆ ਜਿਹੜੇ ਸਿੱਧੇ ਤੌਰ ਤੇ ਸਿਆਸੀ ਪਾਰਟੀਆਂ ਨਾਲ ਜੁੜੇ ਆ। ਨੋ ਡਾਊਟ ਇੱਕ ਐਜ ਤਾਂ ਹੁੰਦਾ ਹੀ ਆ ਉਹਨਾਂ ਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ। ਹਲੇ ਸਰਕਾਰੀ ਜਿਹੜੇ ਆਪਰੇਟਰ ਨੇ ਬੱਸਾਂ ਦੇ, ਉਹਨਾਂ ਦਾ ਰੌਲਾ ਮੁੱਕ ਨਹੀਂ ਰਿਹਾ ਸੀ ਕਿ ਹੁਣ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਵੀ ਆਪਣੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ। ਕਈ ਮੰਗਾਂ ਨੂੰ ਲੈ ਕੇ ਉਹਨਾਂ ਨੇ ਆਖਿਆ ਜੇਕਰ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਤਾਂ ਉਹ ਆਪਣੀ ਬੱਸਾਂ ਨੂੰ ਅੱਗ ਲਾ ਦੇਣਗੇ, ਕਿਉਂਕਿ ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ। ਇੱਥੋਂ ਤੱਕ ਕਿ ਉਹਨਾਂ ਨੇ 9 ਤਰੀਕ ਦੀ ਇੱਕ ਡੇਟ ਵੀ ਦੇ ਦਿੱਤੀ ਹੈ। ਸਾਡੇ ਨਾਲ ਸੰਦੀਪ ਸ਼ਰਮਾ ਜੀ ਨੇ, ਪ੍ਰਾਈਵੇਟ ਬੱਸ ਆਪਰੇਟਰਾਂ ਦੇ ਜਿਹੜੀ ਯੂਨੀਅਨ ਆ ਉਸਦੇ ਮੈਂਬਰ, ਉਹਨਾਂ ਚਰਚਾ ਕਰ ਲੈਂਦੇ ਆ। ਸੰਦੀਪ ਜੀ, ਕਿਉਂ ਤੁਸੀਂ ਅੱਜ ਇਹ ਐਲਾਨ ਕਰਤਾ ਕਿ ਆਪਣੀ ਬੱਸ ਨੂੰ ਅੱਗ ਲਾਓ? ਐਕਚੁਅਲੀ ਇੱਦਾਂ ਹੈ ਕਿ ਅਸੀਂ ਸੋਚਦੇ ਹਾਂ ਕਿ ਰੋਜ਼-ਰੋਜ਼ ਮਰਨ ਨਾਲੋਂ ਸਰਕਾਰ ਜਿਹੜੀ ਆ ਉਹ ਬਿਲਕੁਲ ਜਿਹੜਾ ਆ ਇੰਡਸਟਰੀ ਵੱਲ ਧਿਆਨ ਨਹੀਂ ਦੇ ਰਹੀ। ਸਾਡੀ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ, ਸਾਨੂੰ 4-5 ਮਹੀਨੇ ਹੋ ਗਏ, ਸਾਡਾ ਜਿਹੜਾ ਵੀ ਆਪਰੇਟਰ ਸੀ, ਈਵਨ ਸਾਡੇ ਸੰਗਰੂਰ ਦੇ ਆਪਰੇਟਰ ਸੀਗੇ ਜਿਹੜੇ ਉਹਨਾਂ ਦੇ ਮਾਨ ਸਾਹਿਬ ਦੇ ਹਲਕੇ ਦੇ ਸੀ, ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਵੀ ਹੱਥ ਖੜੇ ਕਰਦੇ ਕਿ ਸਾਡੇ ਹੱਥ ਖੜੇ ਆ ਜੀ, ਕੋਈ ਟਾਈਮ ਨਹੀਂ ਮਿਲ ਰਿਹਾ। ਦੇਖੋ, ਗੱਲ ਇਹ ਆ ਕਿ ਇੱਕ ਵਾਰ ਟੇਬਲ ਤੇ ਬੈਠ ਕੇ ਗੱਲ ਸੁਣ ਤਾਂ ਲੈਣੀ ਚਾਹੀਦੀ ਆ। ਅਸੀਂ ਤਾਂ ਕਹਿੰਦੇ ਆ ਜਿਹੜੀ ਸਾਡੀ ਜਾਇਜ਼ ਡਿਮਾਂਡ ਹੈਗੀ ਆ, ਘੱਟੋ ਘੱਟ ਉਹਨੂੰ ਸੁਣੋ ਤਾਂ ਸਹੀ, ਜਾਇਜ਼ ਡਿਮਾਂਡ ਨੂੰ ਮੰਨੋ ਤਾਂ ਸਹੀ। ਅਕਸਰ ਕਦੋਂ ਤੱਕ ਅਸੀਂ ਘਰੋਂ ਲਿਆ ਕੇ ਪੈਸੇ ਇਹਨੂੰ ਚਲਾਵਾਂਗੇ, ਬੜਾ ਔਖਾ ਹੋ ਗਿਆ। ਇਸ ਕਰਕੇ ਔਖੇ ਹੋ ਕੇ ਫੈਸਲਾ ਲਿਆ। ਕੁਝ ਪੁਆਇੰਟ ਵੀ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਕੋਈ ਮੰਗਾਂ ਵੀ ਨੇ ਜਿਹੜੀਆਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹੋ, ਉਹ ਕੀ ਮੰਗਾਂ ਨੇ? ਦੇਖੋ, ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਦਾ ਲੇਡੀਜ਼ ਦਾ ਟਰੈਵਲ ਫ੍ਰੀ ਹੋਇਆ ਬੱਸਾਂ ਦੇ ਵਿੱਚ, ਮੇਰਾ ਖਿਆਲ ਹੈ ਕਿ ਪਿਛਲੀ ਸਰਕਾਰ ਨੇ ਬਗੈਰ ਸੋਚੇ ਸਮਝੇ ਤੋਂ, ਕਿਉਂਕਿ ਅਸੀਂ ਵੀ ਬਰਾਬਰ ਦੇ ਭਾਈ ਵਾਲੇ ਆ, ਪ੍ਰਾਈਵੇਟ ਆਪਰੇਟਰ ਜਿਹੜੇ ਆ ਇਸ ਵੇਲੇ ਅਸੀਂ 50-50 ਦੀ ਰੇਸ਼ੋ 'ਚ ਚੱਲ ਰਹੇ ਆ, ਔਰ ਜਿਹੜਾ ਬਗੈਰ ਸੋਚੇ ਸਮਝੇ ਤੋਂ ਕਿ ਇਹਦਾ ਅਲਟੀਮੇਟਲੀ ਐਂਡ ਕੀ ਨਿਕਲੂਗਾ, ਜਿਹੜਾ ਉਹ ਐਲਾਨ ਕਰ ਦਿੱਤਾ ਕਿ ਲੇਡੀਜ਼ ਜਿਹੜੀਆਂ ਆ ਉਹ ਟੋਟਲੀ ਆਧਾਰ ਕਾਰਡ ਦਿਖਾਉਣ ਤੇ ਉਹ ਜਿੱਥੇ ਮਰਜ਼ੀ ਫ੍ਰੀ ਟਰੈਵਲ ਕਰਨ। ਉਹਦੇ ਨਾਲ ਕੀ ਹੋਇਆ ਕਿ ਜਿਹੜੀ 50% ਟਰੈਵਲਿੰਗ ਪਬਲਿਕ ਹੈਗੀ ਆ ਉਹ ਲੇਡੀਜ਼ ਹੈਗੀਆਂ, ਚਾਹੇ ਉਹ ਜੌਬ ਕਰਦੀਆਂ, ਚਾਹੇ ਉਹ ਸਕੂਲ ਕਾਲਜ ਆ, ਜਾਂ ਉੱਦਾਂ ਟਰੈਵਲ ਕਰਦੀਆਂ। ਔਰ ਉਹਦੇ ਨਾਲ ਕੀ ਹੋਇਆ, ਇੱਕ 50% ਸਾਡਾ ਪੈਸੇਂਜਰ ਲੋਡ ਨਹੀਂ ਘਟਿਆ, ਸਾਡਾ ਤਾਂ ਈਵਨ 70 ਤੱਕ ਘਟ ਗਿਆ, ਕਿਉਂਕਿ ਜੇ ਲੇਡੀ ਦੇ ਨਾਲ ਕੋਈ ਬੰਦਾ ਹੈਗਾ ਆ ਉਹ ਵੀ ਤਾਂ ਉਸੇ ਬੱਸ ਦੇ ਵਿੱਚ ਚੜੂਗਾ ਜਿੱਥੇ ਲੇਡੀ ਚੜੂਗੀ। ਸੋ ਇਸ ਕਰਕੇ ਸਾਡਾ 70% ਜਿਹੜਾ ਪੈਸੇਂਜਰ ਲੋਡ ਹੈਗਾ ਆ ਉਹ ਸ਼ਿਫਟ ਹੋ ਗਿਆ ਰੋਡਵੇਜ਼ ਔਰ PRTC ਨੂੰ। ਸੋ 30% ਦੇ ਨਾਲ ਇਸ ਵੇਲੇ ਹਾਲਾਤ ਸਾਡੇ ਇਹ ਆ ਕਿ ਸਾਡਾ ਤੇਲ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਇਸ ਕਰਕੇ ਅਸੀਂ ਮਜਬੂਰੀ ਨੂੰ, ਅਸੀਂ ਸਰਕਾਰ ਨੂੰ, ਅਸੀਂ CM ਸਾਹਿਬ ਨੂੰ ਜਲੰਧਰ, ਜਦੋਂ ਇਹਨਾਂ ਨੇ 에ਅਰਪੋਰਟ ਵਾਲੀ ਬੱਸ ਨੂੰ ਝੰਡੀ ਜਿੱਦਣ ਦੇਣੀ ਸੀ 15 ਤਰੀਕ ਨੂੰ, ਅਸੀਂ ਉਦਣ ਮਿਲੇ ਸੀਗੇ। ਅਸੀਂ ਉਦਣ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਕੋਲੇ ਇਹਦਾ ਹੱਲ ਹੈਗਾ। ਹਾਲਾਂਕਿ ਸਰਕਾਰ ਵੀ ਫਸੀ ਹੋਈ ਆ, ਸਰਕਾਰ ਨੂੰ ਹਰ 600 ਕਰੋੜ ਦਾ ਸਰਕਾਰ ਦੇ ਉੱਤੇ ਵੀ ਬੋਝ ਹੈਗਾ ਆ। ਸਰਕਾਰ ਨੂੰ ਕਦੇ ਕਿਸੇ ਪਾਸਿਓਂ ਟਰਾਂਸਫਰ ਕਰਨੇ ਪੈਂਦੇ ਪੈਸੇ, ਕਦੇ ਕਿਸੇ ਪਾਸਿਓਂ, ਔਰ ਜਿਹੜੇ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਵੀ ਆ ਉਹਨਾਂ ਨੂੰ ਵੀ ਹਰੇਕ ਮਹੀਨੇ ਹੜਤਾਲ ਕਰਨੀ ਪੈਂਦੀ ਹੈ, ਧਰਨਾ ਲਾਉਣਾ ਪੈਂਦਾ, ਤਾਂ ਉਹਨਾਂ ਦੀਆਂ ਤਨਖਾਹਾਂ ਪੈਂਦੀਆਂ। ਅਸੀਂ ਉਹਨਾਂ ਨੂੰ ਉਦੋਂ ਇੱਕ ਦਿੱਤਾ ਸੀਗਾ ਸੁਜੈਸ਼ਨ ਕਿ ਜਿਹੜਾ ਤੁਸੀਂ ਇਹਨੂੰ, ਅਸੀਂ ਨਹੀਂ ਕਹਿੰਦੇ ਕਿ ਤੁਸੀਂ ਇਹਨੂੰ ਬੰਦ ਕਰ ਦਿਓ, ਅਸੀਂ ਕਹਿੰਦੇ ਵੀ ਜਿਹੜਾ 5 ਦਿਨ ਵਰਕਿੰਗ ਡੇ ਆ, ਜਿਹੜੇ ਉਦਣ ਪੈਸੇਂਜਰ ਲੋਡ ਥੋੜ੍ਹਾ ਜ਼ਿਆਦਾ ਹੁੰਦਾ, ਕਿ ਤੁਸੀਂ 5 ਦਿਨ ਟਿਕਟ ਰੱਖੋ। ਸੈਟਰਡੇ ਸੰਡੇ ਜਿਹੜਾ ਹੈਗਾ ਆ ਉਦਣ ਨੂੰ ਦਫ਼ਤਰਾਂ 'ਚ ਛੁੱਟੀ ਹੁੰਦੀ ਆ, ਆਉਣਾ ਜਾਣਾ ਨਹੀਂ ਹੁੰਦਾ, ਲੋਕਾਂ ਦਾ ਘੱਟ ਹੁੰਦਾ, ਤੁਸੀਂ ਇਹਨੂੰ ਸੈਟਰਡੇ ਸੰਡੇ ਤੱਕ ਲਿਮਿਟ ਕਰ ਦਿਓ। ਔਰ ਸੈਟਰਡੇ ਸੰਡੇ ਜਿਹੜੇ ਅਸੀਂ ਪ੍ਰਾਈਵੇਟ ਆਪਰੇਟਰ ਵੀ ਆ, ਜਿਸ ਤਰੀਕੇ ਦੇ ਨਾਲ ਰੋਡਵੇਜ਼ PRTC 'ਚ ਲੋਕੀ ਟਰੈਵਲ ਕਰਦੇ ਆ, ਲੇਡੀਜ਼ ਟਰੈਵਲ ਕਰਦੀਆਂ, ਅਸੀਂ ਵੀ ਲਿਜਾਣ ਨੂੰ ਤਿਆਰ ਹਾਂ।
ਜਿੱਦਾਂ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਤੁਸੀਂ ਸਾਨੂੰ ਵੀ ਦੇ ਦਿਓ। ਜੇ ਤੁਸੀਂ ਸਾਨੂੰ ਨਹੀਂ ਦੇਣੇ, ਤੁਸੀਂ ਜਿਹੜੇ ਸਾਡੇ ਪੈਸੇ ਬਣਦੇ ਆ ਸਾਡੇ ਮੋਟਰ ਵਹੀਕਲ ਟੈਕਸ ਦੇ ਵਿੱਚ ਐਡਜਸਟ ਕਰ ਦਿਓ। ਤੇ ਇਹ ਆ ਕਿ ਲੋਕਾਂ ਨੂੰ ਵੀ ਜਿਹੜੀ ਆ ਸਹੂਲਤ ਆ, ਜਿਹੜੀਆਂ ਰੋਡਵੇਜ਼ ਦੀਆਂ ਪੀਆਰਟੀਸੀ ਦੀਆਂ ਬੱਸਾਂ ਓਵਰਲੋਡ ਜਾਂਦੀਆਂ, ਉਹ ਜਿਹੜਾ ਕੰਮ ਜਿਹੜਾ ਆ ਵੀ ਪੀਆਰਟੀਸੀ ਰੋਡਵੇਜ਼ ਓਵਰਲੋਡ ਜਾਂਦੀ ਆ ਔਰ ਪਿੱਛੇ ਪ੍ਰਾਈਵੇਟ ਜਿਹੜੀ ਹੁੰਦੀ ਉਹ 'ਚ 15 ਸਵਾਰੀਆਂ ਹੁੰਦੀਆਂ, ਕਿ ਇਹ ਸਿਸਟਮ ਜਿਹੜਾ ਆ ਉਹ ਬਰਾਬਰ ਹੋ ਜਾਊਗਾ। ਤੇ ਉਹਨਾਂ ਨੇ ਸਾਡਾ ਵਾਅਦਾ ਕੀਤਾ ਸੀ ਕਿ 30 ਤਰੀਕ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਤੁਹਾਨੂੰ ਅਸੀਂ ਟਾਈਮ ਦੇਵਾਂਗੇ, ਪਰ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ, ਸਾਨੂੰ ਟਾਈਮ ਨਹੀਂ ਮਿਲਿਆ। ਤੁਸੀਂ ਕਹਿੰਦੇ ਹੋ ਵੀ ਜਿਹੜਾ ਲੇਡੀਜ਼ ਕਰਕੇ ਲੋਡ ਪੈਂਦਾ ਹੈ ਜਾਂ ਸਾਨੂੰ ਉਹ ਪੈਸੇ ਉਹ ਦੇ ਦੇਣ ਜਿਹੜੇ ਸਰਕਾਰੀ ਬੱਸਾਂ ਵਾਲੇ ਨੂੰ ਦਿੰਦੇ ਨੇ, ਪਰ ਪੈਪਸੂ ਵਾਲੇ ਹੁਣ ਪਨ ਬੱਸ ਵਾਲੇ ਨੂੰ ਉਹ ਵੀ ਇਸੇ ਗੱਲ ਤੇ ਇਸ਼ੂ ਖੜੇ ਕਰੇ ਬੈਠੇ ਵੀ ਸਰਕਾਰ ਸਾਨੂੰ ਰੁਪਈਆ ਹੀ ਨਹੀਂ ਦੇ ਰਹੀ ਤੇ ਇਹ ਜਿਹੜਾ ਸਿਸਟਮ ਉਹ ਗਲਤ ਹੈ, ਪ੍ਰਾਈਵੇਟ ਵਾਲਿਆਂ ਨੂੰ ਫਾਇਦਾ ਮਿਲਦਾ ਸਾਨੂੰ ਨੁਕਸਾਨ ਮਿਲਦਾ। ਪ੍ਰਾਈਵੇਟ ਨੂੰ ਕੋਈ ਫਾਇਦਾ ਨਹੀਂ ਹੈਗਾ ਜੀ। ਤੁਸੀਂ ਚਾਹੇ ਕੈਮਰਾ ਲੈ ਕੇ ਜਿਹੜੇ ਮਰਜ਼ੀ ਬੱਸ ਸਟੈਂਡ ਦੇ ਬਾਹਰ ਖੜ ਜਿਓ, ਤੁਸੀਂ ਆਪ ਹੀ ਦੇਖ ਲਈਓ ਕਿ ਪ੍ਰਾਈਵੇਟ ਦੇ ਵਿੱਚ ਕਿੰਨੀ ਕੁ ਸਵਾਰੀ ਆ ਔਰ ਰੋਡਵੇਜ਼ ਦੇ ਵਿੱਚ ਕਿੰਨੀ ਸਵਾਰੀ ਆ। ਜੇ ਪ੍ਰਾਈਵੇਟ ਓਵਰਲੋਡ ਹੋ ਜਾਵੇ ਉੱਤੇ ਤਾਂ ਟ੍ਰੈਫਿਕ ਨਿਯਮ ਲਾਗੂ ਹੁੰਦੇ ਆ। ਜੇ ਪੀਆਰਟੀਸੀ ਰੋਡਵੇਜ਼ ਦੀ ਬੱਸ ਓਵਰਲੋਡ ਹੋਵੇ, ਚਾਹੇ ਉਹਦੇ ਵਿੱਚ ਲਾਈਨ ਲੱਗੀ ਹੋਵੇ, ਉਹ 52 ਸਵਾਰੀਆਂ ਦੀ ਕੈਪੈਸਿਟੀ ਆ, ਚਾਹੇ ਉਹ 100 ਸਵਾਰੀ ਆ ਉਹਦੇ ਵਿੱਚ, ਉਹਦੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦੇ। ਸਾਡੇ ਚਲਾਨ ਮਤਲਬ ਹੁਣ ਓਵਰਲੋਡ ਦੇ ਤਾਂ ਉਹ ਉੱਤੇ ਕੋਈ ਕਿਉਂ ਅੱਖਾਂ ਸਰਕਾਰ ਬੰਦ ਕਰਦੀ ਆ? ਕਿਉਂ ਲੋਕਾਂ ਦੀ ਜਾਨ ਦੇ ਨਾਲ ਖੇਡ ਰਹੀ? ਜਿਹੜੀ ਬੱਸ 52 ਸਵਾਰੀਆਂ ਲਈ ਪਾਸ ਆ ਉਹਦੇ ਤੇ ਕਿਉਂ ਲੋਕਾਂ ਦੀ ਜਾਨ ਮਾਲ ਨਾਲ ਖੇਡ ਰਹੀ ਆ? ਜਦੋਂ ਓਵਰਲੋਡ ਗੱਡੀ ਚੱਲੂਗੀ ਕਿਤੇ ਨਾ ਕਿਤੇ ਵੀ ਕੋਈ ਹਾਦਸਾ ਵਾਪਰ ਸਕਦਾ, ਤਾਂ ਲੋਕਾਂ ਦੀ ਜਾਨ ਵੀ ਜਾ ਸਕਦੀ ਆ। ਅਸੀਂ ਤਾਂ ਕਹਿੰਦੇ ਆ ਕਿ ਸੈਟਰਡੇ ਸੰਡੇ ਤੁਸੀਂ ਕਰੋ, ਨਹੀਂ ਬੰਦ ਕਰਨਾ, ਸੈਟਰਡੇ ਸੰਡੇ ਕਰੋ, ਅਸੀਂ ਵੀ ਉਸ ਤਰੀਕੇ ਢੋਣ ਨੂੰ ਤਿਆਰ ਆ। ਜੇ ਇਕੁਐਲਿਟੀ ਜਿਹੜੀ ਆਪਾਂ ਗੱਲ ਕਰਦੇ ਆ ਇਕੁਐਲਿਟੀ ਦੀ, ਸਾਨੂੰ ਵੀ ਬਰਾਬਰ ਸਮਝੋ, ਅਸੀਂ ਬਰਾਬਰ ਪਾਰਟ ਆ। 50% ਆਪਰੇਸ਼ਨ ਸਾਡਾ ਚੱਲਦਾ ਵਿੱਚ। ਜਿਹੜੀ ਅਸੀਂ ਯੂਨੀਅਨਸ ਨੂੰ ਗੱਲ ਕੀਤੀ ਹੈ ਸਰਕਾਰੀ ਨੂੰ ਜਾਂ ਉਹਨਾਂ ਦੇ ਪ੍ਰਧਾਨ ਨੇ, ਉਹ ਕਹਿੰਦੇ ਨੇ ਕਿ ਪ੍ਰਾਈਵੇਟ ਵਾਲਿਆਂ ਨੂੰ ਜ਼ਿਆਦਾ ਸਹੂਲਤ ਟਾਈਮ ਟੇਬਲ ਦੀ ਵੀ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਟਾਈਮ ਵੰਡਿਆ ਜਾਂਦਾ, ਉਹ ਉਹਨਾਂ ਨੂੰ ਫਾਇਦਾ ਮਿਲਦਾ। ਸਰਕਾਰੀ ਬੱਸਾਂ ਨੂੰ ਜਾਣ ਬੁੱਝ ਕੇ ਅਫਸਰ ਮਿਲ ਕੇ ਉਹਨਾਂ ਨੂੰ ਪਿੱਛੇ ਕਰ ਦਿੰਦੇ। ਦੇਖੋ ਇਹ ਗੱਲ ਬਿਲਕੁਲ ਗਲਤ ਆ। ਤੁਸੀਂ ਚਾਹੇ ਜਿਹੜੇ ਮਰਜ਼ੀ ਪ੍ਰਾਈਵੇਟ ਆਪਰੇਟਰ ਨੂੰ ਪੁੱਛ ਲਓ, ਟਾਈਮ ਟੇਬਲ ਜਿਹੜਾ ਫਰੇਮ ਆ ਉਹ ਰੋਡਵੇਜ਼ ਕਰਦੀ ਆ ਔਰ ਪੀਆਰਟੀਸੀ ਕਰਦੀ ਆ, ਉਹਨੂੰ ਅਪਰੂਵ ਆਰਟੀਏ ਕਰਦਾ। ਟਾਈਮ ਟੇਬਲ ਬਣਾਉਣ ਦੇ ਵਿੱਚ ਪ੍ਰਾਈਵੇਟ ਆਪਰੇਟਰ ਦਾ ਕਿਸੇ ਪਾਸੇ ਕੋਈ ਰੋਲ ਹੀ ਨਹੀਂ ਹੈਗਾ। ਤੁਸੀਂ ਮੈਨੂੰ ਦੱਸੋ ਇਹ ਕਿੱਦਾਂ ਹੋ ਸਕਦਾ ਕਿ ਪ੍ਰਾਈਵੇਟ ਨੂੰ ਵੱਧ ਜਾਂ ਰੋਡਵੇਜ਼ ਨੂੰ ਘੱਟ? ਇਹ ਪੋਸੀਬਲ ਨਹੀਂ ਹੈਗਾ। ਇਹ ਤਾਂ ਐਵੇਂ ਹੀ ਮਤਲਬ ਕਹਿ ਲਓ ਕਿ ਆਪਣਾ ਜਿਹੜਾ ਨਾਕਾਮੀ ਦਾ ਜਿਹੜਾ ਸਿਹਰਾ ਆ ਉਹ ਐਵੇਂ ਪ੍ਰਾਈਵੇਟ ਦੇ ਸਿਰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਕੀ ਕਹਿੰਦੇ ਸੀ, ਕਿਉਂ ਉਹ ਐਡੇ ਇਲਜ਼ਾਮ ਲਾਉਂਦੇ ਸੀ ਪ੍ਰਾਈਵੇਟ ਵਾਲਿਆਂ ਤੇ ਕਿਉਂ ਕਹਿੰਦੇ ਸੀਗੇ ਕਿ ਟੈਕਸ ਤੱਕ ਵੀ ਨਹੀਂ ਭਰਦੇ, ਟੈਕਸ ਚੋਰੀ ਵੀ ਕਰਦੇ? ਦੇਖੋ ਗੱਲ ਇਦਾਂ ਆ ਜੀ, ਮੈਂ ਤਾਂ ਇਹ ਕਹੂੰਗਾ ਕਿ ਰਾਜਾ ਵੜਿੰਗ ਉਹਨਾਂ ਦੀ ਜਿਹੜੀ ਆ ਅਨਫੋਰਚੂਨੇਟਲੀ, ਦੇਖੋ ਇਸ ਇੰਡਸਟਰੀ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਬਿਲੋਂਗ ਕਰਦੇ ਲੋਕ ਹੈਗੇ ਆ, ਚਾਹੇ ਉਹ ਕੋਈ ਕਾਂਗਰਸ ਦਾ, ਚਾਹੇ ਕੋਈ ਆਪ ਦਾ ਆ, ਚਾਹੇ ਕੋਈ ਅਕਾਲੀ ਦਲ ਬੀਜੇਪੀ ਦਾ ਆ। ਔਰ ਜਿੱਥੋਂ ਰਾਜਾ ਵੜਿੰਗ ਜੀ ਇਲੈਕਸ਼ਨ ਲੜਦੇ ਆ ਉੱਥੇ ਸਾਡੇ ਪ੍ਰਾਈਵੇਟ ਆਪਰੇਟਰ ਹੈਗੇ ਨਿਊਦੀਪ ਵਾਲੇ, ਉਹ ਉਹਨਾਂ ਦੇ ਅਗੇਂਸਟ ਇਲੈਕਸ਼ਨ ਲੜਦੇ ਉੱਥੋਂ। ਮੇਬੀ ਹੋ ਸਕਦਾ ਕੋਈ ਉਹਨਾਂ ਦਾ ਪਰਸਨਲ ਆਪਣੀ ਉੱਥੇ ਹੋਵੇ, ਤਾਂ ਉਹਦੇ ਚੱਕਰ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿਸਾਨਾਂ ਦੇ ਭੇਡ 'ਚ ਬੂਝਿਆਂ ਦਾ ਨਾਸ, ਅਸੀਂ ਤਾਂ ਐਵੇਂ ਰਗੜੇ ਗਏ ਵਿੱਚ ਛੋਟੇ ਆਪਰੇਟਰ। ਇਹਨਾਂ ਦੀ ਲੜਾਈ ਆਪਸ ਦੀ ਸੀ, ਪਰ ਇਹਨਾਂ ਨੂੰ ਬਿਜ਼ਨਸ ਦੇ ਤੌਰ ਤੇ ਲੜਾਈ ਨਹੀਂ ਸੀ ਲੜਨੀ ਚਾਹੀਦੀ। ਇਹਨਾਂ ਨੇ ਪਰਮਿਟ ਵੀ ਉਹਨਾਂ ਦੇ ਕੈਂਸਲ ਹੋਏ, ਉਹ ਤਗੜੇ ਸੀਗੇ, ਉਹਨਾਂ ਨੇ ਸੁਪਰੀਮ ਕੋਰਟ 'ਚੋਂ ਆਪਣੇ ਪਰਮਿਟ ਬਹਾਲ ਕਰ ਲਏ। ਜੇ ਇੱਕ ਛੋਟਾ ਆਪਰੇਟਰ ਸਾਡੇ ਵਰਗਾ, ਜਿੱਥੇ ਕਿ ਇੱਕ ਵਕੀਲ, ਹਾਈ ਕੋਰਟ ਦਾ ਵਕੀਲ ਵੀ 4-5 ਲੱਖ ਰੁਪਈਆ ਔਰ ਸੁਪਰੀਮ ਕੋਰਟ ਦਾ ਵਕੀਲ 20-21 ਲੱਖ ਰੁਪਈਆ ਫੀਸ ਮੰਗਦਾ, ਉਹਨੇ ਦੀ ਤਾਂ ਅਗਲੇ ਦੀ ਕੰਪਨੀ ਨਹੀਂ। ਜੇ ਉਹਦਾ ਕੈਂਸਲ ਹੋ ਜਾਂਦਾ ਉਹ ਕਿੱਥੋਂ ਅਫੋਰਡ ਕਰ ਸਕਦਾ ਸੀਗਾ ਆਪਣਾ ਰੂਟ ਬਹਾਲ ਕਰਨ। ਸੋ ਇਸ ਕਰਕੇ ਮਤਲਬ ਬਿਜ਼ਨਸ ਦਾ ਜਿਹੜਾ ਲਾਸ ਆ ਉਹ ਚਾਹੇ ਕੋਈ ਵੀ ਆ, ਉਹ ਨਹੀਂ ਹੋਣਾ ਚਾਹੀਦਾ। ਜੇ ਤੁਹਾਡੀ ਉਦਾਂ ਕੋਈ ਪਰਸਨਲੀ ਗੱਲ ਆ, ਉਦਾਂ ਸਿੱਧੀ ਹੋ ਕੇ ਕੱਢ ਲਓ ਤੁਸੀਂ ਅਗਲੇ ਨੂੰ। ਕਿ ਵੱਡੇ ਆਪਰੇਟਰ ਨੇ ਜਿਨ੍ਹਾਂ ਦੀਆਂ 100 200 ਬੱਸਾਂ ਨੇ, ਉਹਨਾਂ ਨੂੰ ਫਾਇਦਾ ਜਿਹੜਾ ਜ਼ਰੂਰ ਪਹੁੰਚਦਾ ਹੈ, ਪਰ ਛੋਟਾ ਆਪਰੇਟਰ ਇਸ 'ਚ ਮਾਰਿਆ ਜਾਂਦਾ। ਦੇਖੋ ਗੱਲ ਇਹ ਆ ਵੀ ਛੋਟਾ ਜਿਹਾ ਆਪਰੇਟਰ ਨੂੰ ਕੋਈ ਬਹੁਤਾ ਫਾਇਦਾ ਨਹੀਂ, ਕਿਉਂਕਿ ਜਿਹੜਾ ਅਲਟੀਮੇਟਲੀ ਵੱਡਾ ਆਪਰੇਟਰ ਆ ਉਹਦੀ ਪਹੁੰਚ ਵੀ ਵੱਡੀ ਆ। ਔਰ ਤੁਸੀਂ ਜਾਣਦੇ ਹੀ ਆ ਸਾਡੇ ਇੱਥੇ ਕੁਝ ਵੱਡੇ ਆਪਰੇਟਰ ਹੈਗੇ ਆ ਜਿਹੜੇ ਸਿੱਧੇ ਤੌਰ ਤੇ ਸਿਆਸੀ ਪਾਰਟੀਆਂ ਨਾਲ ਜੁੜੇ ਆ। ਨੋ ਡਾਊਟ ਇੱਕ ਐਜ ਤਾਂ ਹੁੰਦਾ ਹੀ ਆ ਉਹਨਾਂ ਨੂੰ, ਠੀਕ ਆ। ਇਹ ਆ ਬਈ ਅਸੀਂ ਤਾਂ ਇਹੀ ਅੱਗੇ ਵੀ ਅਸੀਂ ਪਿੱਟਦੇ ਇਸੇ ਗੱਲ ਤੇ ਰਹੇ ਆ, ਪਹਿਲਾਂ ਵੀ ਸਾਡੀ ਕਿਸੇ ਨੇ ਨਹੀਂ ਸੁਣੀ ਔਰ ਸਾਨੂੰ ਆਸ ਸੀਗੀ ਵੀ ਹੁਣ ਸੁਣ ਹੋਊਗੀ ਸਾਡੀ, ਪਰ ਨਿਰਾਸ਼ਾ ਸਾਡੇ ਪੱਲੇ ਪਈ ਆ। ਪਰ ਅਸੀਂ ਫੇਰ ਵੀ ਅੱਜ ਵੀ ਇਹੀ ਕਹਿੰਦੇ ਆ ਕਿ ਚਾਹੇ ਕੋਈ ਵੱਡਾ ਆ ਚਾਹੇ ਕੋਈ ਛੋਟਾ ਆ, ਅਸੀਂ ਕਹਿੰਦੇ ਇਕੁਐਲਿਟੀ ਰਹਿਣੀ ਚਾਹੀਦੀ ਆ। ਇੱਕ ਜਿਹੜੀ ਇਹ ਪਾਰਟੀਆਂ ਲਾਈਨ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਨਾ ਵਿੱਚ, ਉਹ ਨਹੀਂ ਹੋਣੀ ਚਾਹੀਦੀ। ਜੇ ਮੇਰੇ ਕੋਲ 10 ਮਿੰਟ ਆ, ਵੱਡੇ ਕੋ ਵੀ 10 ਹੋਣ, ਛੋਟੇ ਕੋ ਵੀ 10 ਹੋਣ, ਤਾਂ ਕੋਈ ਰੌਲਾ ਹੀ ਨਹੀਂ ਹੈਗਾ ਕਿਸੇ ਚੀਜ਼ ਦਾ। ਸੰਸਦ ਵਾਲਾ ਸੀਨ ਆ ਗਿਆ ਕਿ ਜਿਹਦੇ ਜਿੰਨੇ ਪਾਰਟੀ ਦੇ ਵੱਧ ਮੈਂਬਰ ਨੇ ਉਹਨੂੰ ਵੱਧ ਟਾਈਮ ਮਿਲੂਗਾ ਬੋਲਣ ਲਈ, ਜਿਹਨਾਂ ਘੱਟ ਆ ਉਹ ਤੁਸੀਂ ਕਹਿੰਦੇ ਹੋ ਗੱਡੇ ਤੇ ਵੀ ਉਦਾਂ ਹੀ ਟਾਈਮ ਮਿਲਦਾ। ਬਿਲਕੁਲ ਇਹ ਤਾਂ ਹੈ ਹੀ ਆ ਜੀ। ਦੇਖੋ ਗੱਲ ਇਹ ਆ, ਜਿਹਦੇ ਕੋਲ 100 ਬੱਸ ਆ ਉਹਦੇ ਕੋਲ ਨੋ ਡਾਊਟ ਮੁਲਾਜ਼ਮ ਵੀ ਵੱਧ ਹੋਣਗੇ। ਜਿਹੜਾ ਇੱਕ ਬੱਸ ਵਾਲਾ ਆ ਉਹ ਕਹਿੰਦੇ ਹੁੰਦੇ ਆ ਕਿ ਗੰਜੀ ਕੀ ਨਹਾਊ ਤਾਂ ਕੀ ਨਚੋੜੂ। ਜਿਹਦੇ ਕੋਲੇ ਆਪਣੇ ਲਈ ਸਿਸਟਮ ਦੇ ਲਈ ਪੈਸੇ ਨਹੀਂ ਹੈਗੇ, ਉਹ ਕਿੰਨੇ ਕੁ ਬੰਦਿਆਂ ਨੂੰ ਐਮਪਲੋਏ ਕਰ ਲੂਗਾ।
ਵੱਡੇ ਸਿਸਟਮ ਦੇ ਵਿੱਚ ਵੱਡਾ ਸਿਸਟਮ ਹੋ ਜਾਂਦਾ। ਇਸ ਕਰਕੇ ਅਸੀਂ ਕਹਿੰਦੇ ਆ ਕਿ ਇਕੁਐਲਿਟੀ ਹੋਵੇ ਤਾਂ ਕਿ ਅਸੀਂ ਰਲ ਮਿਲ ਕੇ ਰਹੀਏ। ਜਦੋਂ ਸਾਡੇ ਦੇ ਵਿੱਚ ਆਪਸ ਦੇ ਵਿੱਚ ਕਿਉਂ ਆਉਂਦੀ ਆ ਵੀ ਜਦੋਂ ਇੱਕ ਬੰਦਾ 10 ਮਿੰਟ ਲੈ ਕੇ ਜਾਂਦਾ, ਛੋਟੇ ਆਪਰੇਟਰ ਨੂੰ 3 ਮਿੰਟ ਮਿਲਦੇ ਆ, ਤਾਂ ਕੁਦਰਤੀ ਗੱਲ ਆ, ਮਨ ਦੇ ਵਿੱਚ ਆਉਂਦਾ ਵੀ ਯਾਰ ਇਹ ਵੱਡਾ ਮੇਰਾ ਹੱਕ ਖਾ ਰਿਹਾ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਚੀਜ਼ਾਂ ਸਰਕਾਰ ਨੇ ਦੇਖਣੀਆਂ। ਤੇ ਜੇ ਸਰਕਾਰ ਸੁੱਤੀ ਰਹੂਗੀ, ਜੇ ਹੁਣ ਵੀ ਸਰਕਾਰ ਕੁਝ ਨਹੀਂ ਕਹੂਗੀ, ਅੱਜ ਵੀ ਟਾਈਮ ਟੇਬਲ ਪੁਰਾਣੇ ਹਿਸਾਬ ਦੇ ਹੀ ਚੱਲ ਰਹੇ ਆ। ਦੱਸੋ ਮੈਨੂੰ ਕਿਹੜੇ ਅਫਸਰ ਜਿਹੜੇ ਹੈਗੇ ਆ ਛੋਟੇ ਆਪਰੇਟਰ ਦੀ ਕੌਣ ਸੁਣਦਾ? ਅੰਦਰ ਨਹੀਂ ਵੜਨ ਦਿੰਦਾ ਕੋਈ ਵੀ। ਆਰਟੀਏ ਕੋਲੇ ਚਲ ਜਾਓ, ਉਹ ਕਹਿੰਦੇ ਜੀ ਅਸੀਂ ਜੋ ਕਰਤਾ ਕਰਤਾ। ਕਿਸੇ ਆਪਰੇਟਰ ਨੂੰ ਟਾਈਮ ਟੇਬਲ ਦਿਖਾਇਆ ਨਹੀਂ ਜਾ ਰਿਹਾ। ਬਗੈਰ ਮਰਜ਼ੀ ਤੋਂ ਉਹ ਇਹ ਵੀ ਨਹੀਂ ਦੇਖਦੇ ਕਿ ਬੱਸ ਅਗਲੇ ਦੀ ਟਾਈਮ ਤੇ ਪਹੁੰਚਦੀ ਆ ਕਿ ਨਹੀਂ, ਕਿਉਂਕਿ ਉਹਨੇ ਅੱਗੇ ਜਾਣਾ। ਇਹ ਕੋਈ ਦੇਖਿਆ ਹੀ ਨਹੀਂ ਜਾ ਰਿਹਾ, ਨਾ ਕਿਸੇ ਨੂੰ ਦਿਖਾਇਆ ਜਾ ਰਿਹਾ। ਇਹ ਸਿਸਟਮ ਜਿੰਨੇ ਛੋਟੇ ਆਪਰੇਟਰ ਨੇ ਇਸ ਸਮੇਂ ਤੁਹਾਡੀ ਯੂਨੀਅਨ 'ਚ ਉਹ ਇਕੱਠੇ ਹੋਏ ਹੋਏ ਨੇ ਤੇ ਵੱਡਾ ਆਪਰੇਟਰ ਹਜੇ ਵੀ ਬਾਹਰ ਹੈ ਪ੍ਰਾਈਵੇਟ ਬੱਸਾਂ। ਨਹੀਂ, ਇਹ ਗੱਲ ਨਹੀਂ ਹੈਗੀ। ਵੱਡੇ ਆਪਰੇਟਰ ਸਾਡੇ ਨਾਲ ਆ ਬਿਲਕੁਲ ਇਸ ਵੇਲੇ, ਚਾਹੇ ਕੋਈ ਵੱਡਾ ਆ ਚਾਹੇ ਛੋਟਾ ਆ। ਈਵਨ ਮੈਂ ਧੰਨਵਾਦੀ ਆ ਮਿੰਨੀ ਬੱਸਾਂ ਵਾਲਿਆਂ ਦਾ ਕਿ ਉਹ ਵੀ ਅੱਜ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਇਸ ਵੇਲੇ ਅਸੀਂ ਸਾਰੇ ਜਿਹੜੇ ਆ ਉਹ ਇਕੱਠੇ ਆ। ਕੋਈ ਇਹਦੇ ਵਿੱਚ ਔਰ ਅਸੀਂ ਰੱਖਣਾ ਵੀ ਨਹੀਂ ਚਾਹੁੰਦੇ। ਜੇ ਸਰਕਾਰਾਂ, ਇਹ ਪੋਲੀਟੀਕਲ ਪਾਰਟੀਆਂ ਇਹ ਕ੍ਰੀਏਟ ਕਰਨਾ ਚਾਹੁੰਦੀਆਂ ਆ ਸਾਡੇ ਵਿੱਚ ਫਰਕ, ਪਰ ਅਸੀਂ ਪਾਰਟੀ ਲੈਵਲ ਤੋਂ ਉੱਤੇ, ਜੇ ਸਾਡੇ ਢਿੱਡ ਦੇ ਵਿੱਚ ਕੁਝ ਹੋਊਗਾ ਅਸੀਂ ਤਾਂ ਹੀ ਮਤਲਬ ਕੁਝ ਕਰ ਸਕਦੇ ਆ। ਜੇ ਸਾਡੇ ਕੋਲੇ ਹੀ ਕੁਝ ਨਹੀਂ ਤਾਂ ਕੀ ਆ। ਅਸੀਂ ਇਸ ਕਰਕੇ ਅਸੀਂ ਇਕੱਠੇ ਆ, ਚਾਹੇ ਕੋਈ ਵੱਡਾ ਆ ਚਾਹੇ ਛੋਟਾ ਆ। ਅੱਜ ਜਿਹੜੇ ਵੱਡੇ ਆ, ਵੱਡੇ ਵੀ ਸਾਡੇ ਇਸ ਫੈਸਲੇ ਨਾਲ ਸਹਿਮਤ ਹੋਣਗੇ। ਜੇ ਉਹ ਨਹੀਂ ਹੋਣਗੇ ਤਾਂ ਫਿਰ ਉਹਨਾਂ ਨੇ ਦੇਖਣਾ ਕੀ ਕਰਨਾ, ਪਰ ਚੱਲਣ ਅਸੀਂ ਉਹਨਾਂ ਦੀ ਵੀ ਨਹੀਂ ਦੇਣੀ। ਟੈਕਸ ਦਾ ਕੀ ਇਸ਼ੂ ਹੈ? ਟੈਕਸ ਦਾ ਵੀ ਤੁਸੀਂ ਜਿਹੜਾ ਇਸ ਚੱਕਿਆ ਕਿ ਉਹ ਟੈਕਸ 'ਚ ਕੋਈ ਛੂਟ ਦੀ ਲੋੜ ਹਜੇ ਵੀ ਹੈਗੀ? ਜਦ ਤੁਸੀਂ ਵਰਤਿਆ ਤਾਂ ਟੈਕਸ ਤਾਂ ਭਰਨਾ ਪਵੇਗਾ। ਦੇਖੋ ਸਰ, ਇਦਾਂ ਆ ਕਿ ਜਦੋਂ ਸਰਕਾਰ ਨੇ ਕੰਡੀਸ਼ਨਲੀ ਬੱਸਾਂ ਚੱਲੀਆਂ, ਇੱਕ ਕੰਡੀਸ਼ਨ ਸੀਗੀ ਕਿ ਤੁਸੀਂ 50% ਆਕੂਪੈਂਸੀ ਨਾਲ ਚੱਲਣਾ। 50% ਆਕੂਪੈਂਸੀ ਨਾਲ ਚੱਲਣਾ, ਸ਼ਨੀਵਾਰ ਐਤਵਾਰ ਤੁਸੀਂ ਨਹੀਂ ਚਲਾਉਣੀ। ਇੰਟਰ ਸਟੇਟ ਜਿਹੜੀ ਆ ਉਹ ਬੰਦ ਆ। ਬਾਹਰਲੀ ਸਟੇਟ ਤੋਂ ਕਿਸੇ ਤੋਂ ਸਵਾਰੀ ਆਉਣੀ ਨਹੀਂ, ਬਾਹਰਲੀ ਨੂੰ ਕਿਤੇ ਤੁਸੀਂ ਜਾਣਾ ਨਹੀਂ। ਅਸੀਂ ਤਾਂ ਇਹ ਕਹਿੰਦੇ ਸੀਗੇ ਕਿ ਜਿਹੜਾ ਉਹ ਟਾਈਮ ਆ ਸੈਕੰਡ ਵੇਵ ਆਫ ਕਰੋਨਾ, ਉਹਦੇ ਵਿੱਚ ਅਸੀਂ ਸਰਕਾਰ ਦੇ ਆਸ਼ਵਾਸਨ ਤੇ ਚਲਾਈਆਂ। ਨਹੀਂ ਤਾਂ ਅਸੀਂ ਤਾਂ ਉਦੋਂ ਵੀ ਲਿਖ ਕੇ ਦੇ ਦਿੰਦੇ ਵੀ ਅਸੀਂ ਨਹੀਂ ਚਲਾਉਣੀਆਂ, ਤਾਂ ਸਾਡਾ ਟੈਕਸ ਜਿਹੜਾ ਆ ਉਹ ਸਾਡਾ ਮਾਫ ਹੋ ਜਾਣਾ ਸੀ। ਪਰ ਸਾਡੀ ਜਥੇਬੰਦੀ ਨੇ ਸੀਐਮ ਸਾਹਿਬ ਨਾਲ ਉਦੋਂ ਮੀਟਿੰਗ ਕੀਤੀ। ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਜਿੱਦਾਂ ਮੈਂ ਅੱਗੇ 31/12/20 ਤੱਕ ਤੁਹਾਡਾ ਟੈਕਸ ਐਗਜ਼ੈਂਪਟ ਕੀਤਾ, ਡੈਫੀਨੇਟਲੀ ਆਈ ਵਿਲ ਐਗਜ਼ੈਂਪਟ 31/12/2021 ਤੱਕ। ਜਿਹੜੇ ਸਾਡੇ ਨਾਲ ਦੇ ਸਟੇਟ ਆ, ਹਿਮਾਚਲ ਆ, ਉਹਨੇ 19 ਮਹੀਨਿਆਂ ਦਾ ਮਾਫ ਕੀਤਾ ਆਪਣੇ ਆਪਰੇਟਰਾਂ ਦਾ, ਤੇ ਸਾਡਾ ਤਾਂ ਸਿਰਫ 6 ਮਹੀਨੇ ਦਾ ਮਾਫ ਹੋਇਆ, ਜਾਂ 4 ਮਹੀਨੇ ਦਾ ਰਾਜੇ ਵੜਿੰਗ ਨੇ ਛੋਟੇ ਆਪਰੇਟਰਾਂ ਦਾ ਮਾਫ ਕੀਤਾ। ਬਾਕੀ ਜਿੱਦਾਂ ਵੱਡੇ ਸੀਗੇ, ਜਿਹੜੇ ਜ਼ਿਆਦਾ ਵੱਡੇ ਸੀ, ਉਹਨਾਂ ਦਾ ਕੁਝ ਮਾਫ ਨਹੀਂ ਹੋਇਆ। ਹਾਲਾਂਕਿ ਨੁਕਸਾਨ ਤਾਂ ਸਾਰਿਆਂ ਦਾ ਹੀ ਹੋਇਆ। ਜੇ ਬੱਸ ਨਹੀਂ ਚੱਲੀ ਤਾਂ ਸਾਰਿਆਂ ਦੀ ਨਹੀਂ ਚੱਲੀ। ਸੋ ਇਸ ਕਰਕੇ ਇਹ ਜਿਹੜੀ ਲਕੀਰ ਆ, ਲਕੀਰ ਨਹੀਂ ਖਿੱਚਣੀ ਚਾਹੀਦੀ। ਸਰਕਾਰ ਨੂੰ ਇਹਨਾਂ ਚੀਜ਼ਾਂ ਤੋਂ ਗਰੇਜ ਕਰਨਾ ਚਾਹੀਦਾ। ਜੇ ਭਾਈਚਾਰਾ ਸਾਡਾ ਆਪਸ 'ਚ ਬਣਦਾ ਆ ਤਾਂ ਭਾਈਚਾਰਾ ਬਣਿਆ ਰਹਿਣਾ ਚਾਹੀਦਾ, ਇਹ ਖਰਾਬ ਨਹੀਂ ਕਰਨਾ ਚਾਹੀਦਾ। ਆਖਰੀ ਸਵਾਲ ਕਿ ਕੀ ਅਗਲਾ ਤੁਹਾਡਾ ਰਣਨੀਤੀ ਜਾਂ ਪ੍ਰੋਗਰਾਮ ਰਹਿਣ ਵਾਲਾ? ਕਿਹੜੀਆਂ ਸ਼ਰਤਾਂ ਲੈ ਕੇ ਸਰਕਾਰ ਅੱਗੇ ਬੈਠੋਗੇ? ਦੇਖੋ, ਸਰਕਾਰ ਅੱਗੇ ਪਹਿਲੇ ਤਾਂ ਤੁਹਾਨੂੰ ਮੈਂ ਦੱਸਿਆ ਹੀ ਆ ਕਿ ਇੱਕ ਤਾਂ ਸਭ ਤੋਂ ਵੱਡਾ ਮਸਲਾ ਜਿਹੜਾ ਆ ਲੇਡੀਜ਼ ਦਾ। ਦੂਸਰਾ ਸਾਡਾ ਜਿਹੜਾ ਟੈਕਸ ਆ, ਅਸੀਂ ਸਰਕਾਰ ਨੂੰ ਪ੍ਰਪੋਜ਼ਲ ਦਿੱਤੀ ਸੀ ਕਿ 25 ਪੈਸੇ ਪਰ ਕਿਲੋਮੀਟਰ ਸਾਡਾ ਕਿਰਾਇਆ, ਕਿਉਂਕਿ 2020 ਤੋਂ ਬਾਅਦ ਵਧਿਆ ਨਹੀਂ। ਔਰ 2020 ਤੋਂ ਲੈ ਕੇ ਅੱਜ ਤੱਕ ਜਿਹੜੇ ਖਰਚੇ ਸਾਡੇ ਵੱਧ ਗਏ। ਚੈਸੀ ਜਿਹੜੀ ਆ ਉਹ 10 ਲੱਖ ਰੁਪਈਆ ਮਹਿੰਗੀ ਹੋ ਗਈ, ਟਾਇਰ ਮਹਿੰਗੇ ਹੋ ਗਿਆ, ਡੀਜ਼ਲ ਮਹਿੰਗਾ ਹੋ ਗਿਆ। ਅਸੀਂ ਕਹਿੰਦੇ ਆ ਕਿ ਉਹ ਜਿਹੜਾ ਸਾਡਾ ਇਨਫਲੇਸ਼ਨ ਆਈ ਆ, ਜਿਹੜਾ ਸਾਡਾ ਖਰਚੇ ਵਧੇ ਆ, ਉਹ ਸਾਨੂੰ ਕੰਪਨਸੇਟ ਕਰੋ। ਚਾਹੇ ਥੋੜਾ ਜਿਹਾ ਸਾਡਾ ਕਿਰਾਇਆ ਵਧਾ ਦਿਓ, ਬਾਕੀ ਜਿਹੜਾ ਹੈਗਾ ਆ, ਜੇ ਤੁਸੀਂ ਲੋਕਾਂ ਤੇ ਬੋਝ ਨਹੀਂ ਪਾਉਣਾ ਚਾਹੁੰਦੇ, ਅਸੀਂ ਦੇਖਦੇ ਹਾਂ ਲੋਕਾਂ ਦੇ ਆਮਦਨ ਦੇ ਸੋਰਸਸ ਘਟ ਗਏ। ਕਰੋਨਾ ਤੋਂ ਬਾਅਦ ਬਹੁਤ ਚੇਂਜਸ ਆਈਆਂ। ਅਸੀਂ ਕਹਿੰਦੇ ਆ ਵੀ ਜੇ ਤੁਸੀਂ ਲੋਕਾਂ ਦੇ ਭਾਰ ਨਹੀਂ ਪਾਉਣਾ, ਸਾਨੂੰ ਰਿਲੀਫ ਦੇ ਦਿਓ। ਸਾਡਾ ਟੈਕਸ 2 ਰੁਪਏ 56 ਪੈਸੇ ਪਰ ਕਿਲੋਮੀਟਰ ਆ। 4 ਦਿਨ ਦੀ ਸਾਨੂੰ ਰਿਬੇਟ ਆ ਉਹਦੇ ਵਿੱਚ ਮਹੀਨੇ 'ਚ। ਅਸੀਂ ਕਹਿੰਦੇ 2 ਰੁਪਏ 56 ਪੈਸੇ ਤੋਂ ਕਢਾ ਕੇ ਸਾਨੂੰ 1 ਰੁਪਈਆ ਕਰ ਦਿਓ। ਰਿਬੇਟ ਜਿਹੜੀ ਆ ਸਾਨੂੰ 4 ਦਿਨ ਦੀ ਬਜਾਏ 10 ਦਿਨ ਦੀ ਦੇ ਦਿਓ। ਔਰ ਜਿਹੜਾ ਸਾਡਾ ਆਪਣੇ ਇਸ ਹਿਸਾਬ ਨਾਲ ਸਾਤੋਂ ਜਿਹੜਾ ਆ ਉਹ ਟੈਕਸ ਲੈ ਲਿਆ ਜਾਵੇ। ਅਸੀਂ ਦੇਣ ਨੂੰ ਤਿਆਰ ਹਾਂ। 31/12/21 ਤੱਕ ਸਾਡਾ ਜਿਹੜਾ ਬਣਦਾ ਐਗਜ਼ੈਂਪਟ ਕੀਤਾ ਜਾਵੇ। ਦੂਜੀ ਸਾਡੀ ਜਿਹੜੀ ਡਿਮਾਂਡ, ਔਰ ਤੁਸੀਂ ਵੀ ਕਹੋਗੇ ਵੀ ਜੈਨੂਅਨ ਗੱਲ ਆ, ਕਰੋਨਾ ਤੋਂ ਬਾਅਦ ਜਿਨ੍ਹਾਂ ਦਾ ਟੈਕਸ ਡਿਫਾਲਟਰ ਸੀਗੇ, ਜਿੱਦਾਂ ਰਾਜੇ ਵੜਿੰਗ ਵੇਲੇ, ਇਹਨਾਂ ਨੇ ਸਾਡੇ ਡੰਡਾ ਦੇ ਕੇ ਸਾਡੀਆਂ ਗੱਡੀਆਂ ਬੰਦ ਕਰਕੇ ਪਰਮਿਟ ਲੋਕਾਂ ਨੂੰ ਧਮਕੀਆਂ ਦਿੱਤੀਆਂ ਕਿ ਤੁਹਾਡੇ ਪਰਮਿਟ ਕੈਂਸਲ ਕਰ ਦਿਆਂਗੇ। ਅਸੀਂ ਛੋਟੇ ਆਪਰੇਟਰ ਸੀਗੇ, ਅਸੀਂ ਅਫੋਰਡ ਨਹੀਂ ਕਰ ਸਕਦੇ। ਅਸੀਂ ਸੋਚਦੇ ਵੀ ਜੇ 4 ਲੱਖ ਰੁਪਈਆ ਹਾਈ ਕੋਰਟ ਪਰਮਿਟ ਕੈਂਸਲ ਹੋਣ ਤੋਂ ਬਾਅਦ ਵਕੀਲ ਨੂੰ ਦੇਣਾ, ਉਹਦੇ ਨਾਲੋਂ 4 ਲੱਖ ਰੁਪਈਆ ਫੜ ਕੇ ਜਮ੍ਹਾਂ ਕਰਾ ਦਿਓ। ਅਸੀਂ ਆਪਣੇ ਟੈਕਸ ਜਮ੍ਹਾਂ ਕਰਾਏ ਵਿਦ ਪੈਨਲਟੀ ਔਰ ਵਿਦ ਇੰਟਰਸਟ। ਤੇ ਅੱਜ ਸਰਕਾਰ ਨੇ ਸਕੀਮ ਲੈ ਆਂਦੀ ਕਿ ਤੁਸੀਂ ਵਿਦਆਊਟ ਟੈਕਸ, ਵਿਦਆਊਟ ਪੈਨਲਟੀ, ਵਿਦਆਊਟ ਇੰਟਰਸਟ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ। ਜਿਹੜਾ ਸਾਡਾ ਪੈਨਲਟੀ ਇੰਟਰਸਟ ਜਮ੍ਹਾਂ ਕਰਾਇਆ, ਅਸੀਂ ਕਹਿੰਦੇ ਉਹਨੂੰ ਸਾਡੇ ਟੈਕਸ 'ਚ ਐਡਜਸਟ ਕਰ ਦਿਓ। ਜੇ ਅਸੀਂ ਪਹਿਲਾਂ ਦੇ ਦਿੱਤੇ ਪੈਸੇ, ਅਸੀਂ ਕਸੂਰਵਾਰ ਹੋ ਗਏ। ਸਾਡਾ ਕੀ ਕਸੂਰ ਆ? ਦੂਜੀ ਗੱਲ
ਦੇਖੋ ਜੇ ਕੋਈ ਬੰਦਾ ਕ੍ਰਾਈਮ ਕਰਦਾ, ਕ੍ਰਾਈਮ ਦੀ ਸਜ਼ਾ ਤਾਂ ਬੰਦੇ ਨੂੰ ਇੱਕੋ ਵਾਰੀ ਮਿਲਣੀ ਚਾਹੀਦੀ ਆ। ਅੱਜ ਜੇ ਸਾਡਾ ਟੈਕਸ ਟੁੱਟਦਾ ਆ, ਨਾਲੇ ਤਾਂ ਸਾਡੇ ਤੋਂ 2000 ਰੁਪਇਆ ਪੈਨਲਟੀ ਲਈ ਜਾਂਦੀ, ਨਾਲੇ 1.5% ਪਰ ਮੰਥ ਵਿਆਜ ਲਿਆ ਜਾ ਰਿਹਾ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ 1.5% 18% ਸਾਲ ਦਾ ਵਿਆਜ ਤਾਂ ਕਿਸੇ ਬੈਂਕ ਦਾ ਵੀ ਨਹੀਂ ਰਹਿ ਗਿਆ ਅੱਜ ਤਾਂ ਜੇ ਤੁਸੀਂ ਲੋਨ ਵੀ ਲੈਣਾ 8% ਤੇ ਤੁਹਾਨੂੰ ਲੋਨ ਮਿਲ ਜਾਂਦਾ, ਜੇ ਤੁਸੀਂ FD ਕਰਾਉਣੀ ਆ ਤਾਂ 5% ਵਿਆਜ ਆ। ਅਸੀਂ ਕਹਿੰਦੇ ਉਹ ਜਿਹੜੀ ਵਿਆਜ ਸਾਤੋਂ ਲਿਆ ਜਾ ਰਿਹਾ, ਜਿਹੜੀ ਪੈਨਲਟੀ ਆ ਉਹ ਛੱਡ ਕੇ ਸਾਡੇ ਤੋਂ ਸਰਕਾਰ ਇੰਟਰਸਟ ਲੈ ਲਵੇ, ਪਰ ਜੋ ਨਵੇਂ ਰੇਟ ਆ ਬੈਂਕਾਂ ਦੇ ਉਹਦੇ ਹਿਸਾਬ ਨਾਲ ਸਾਡੇ ਤੋਂ ਲੈ ਲਵੇ। ਤੇ ਇਹ ਚੀਜ਼ਾਂ ਜਿਹੜੀਆਂ ਚੇਂਜਸ ਮੰਗਦੀਆਂ ਆ ਇੰਡਸਟਰੀ ਨੂੰ ਪੈਰਾਂ ਤੇ ਲਿਆਉਣ ਲਈ। ਥੈਂਕ ਯੂ। ਸੋ ਬਿਲਕੁਲ ਪ੍ਰਾਈਵੇਟ ਬੱਸ ਯੂਨੀਅਨ ਵੱਲੋਂ ਜਿਹੜਾ ਅੱਜ ਸਰਕਾਰ ਨੂੰ ਅਲਟੀਮੇਟ ਦਿੱਤਾ ਗਿਆ ਆ ਕਿ 9 ਤਰੀਕ ਨੂੰ ਉਹ ਆਪਣੀਆਂ ਬੱਸਾਂ ਨੂੰ ਜਿਹੜਾ ਸਾੜਨਾ ਸ਼ੁਰੂ ਕਰਨਗੇ, ਅੱਗ ਲਾਉਣਗੇ, ਕਿਉਂਕਿ ਉਹਨਾਂ ਦੇ ਜਿਹੜੇ ਵਾਅਦੇ ਨੇ ਸਰਕਾਰ ਨਾਲ ਕੀਤੇ ਹੋਏ ਪੂਰੇ ਨਹੀਂ ਹੋ ਰਹੇ, ਨਾ ਸਰਕਾਰ ਉਹਨਾਂ ਦੀ ਸੁਣਵਾਈ ਕਰ ਰਹੀ ਆ। ਸੋ ਅਸੀਂ ਪ੍ਰਾਈਵੇਟ ਬੱਸ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨਾਲ ਗੱਲਬਾਤ ਕੀਤੀ, ਅਸੀਂ ਖੁਦ ਸੁਣਿਆ ਹੁਣ ਇਹਨਾਂ ਨੂੰ ਕਿ ਇਹਨਾਂ ਦੇ ਕੀ ਜਵਾਬ ਸਨ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਦੇਖਦੇ ਹੋ TV ਪੰਜਾਬ। ਧੰਨਵਾਦ।